ਸਤਿ ਸ਼੍ਰੀ ਅਕਾਲ PNCN ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵਿੰਡਸਰ ਵਿੱਚ 20 ਤੋਂ 25 ਵਿਅਕਤੀਆਂ ਦੀ ਮੌਜੂਦਗੀ 'ਚ ਗੋਲੀਆਂ ਚੱਲੀਆਂ, 5 ਜਣਿਆਂ ਦੇ ਗੋਲੀਆਂ ਲੱਗੀਆਂ। ਸਰੀ ਵਿੱਚ ਇੱਕ ਗਿਰਜਾ ਘਰ ਤੇ ਇੱਕ ਟਾਊਨ ਹੋਮ ਨੂੰ ਅੱਗ ਲਗਾਉਣ ਵਾਲੀ ਔਰਤ ਨੂੰ 4 ਸਾਲ ਦੇ ਲਈ ਜੇਲ੍ਹ ਦੀ ਸਜ਼ਾ। ਭਾਰਤ ਵਿੱਚ ਗਾਜ਼ੀਆਬਾਦ ਤੋਂ ਸੀ ਕਾਰਤਿਕ ਵਾਸੂਦੇਵ। ਟੋਰਾਂਟੋ ਵਿੱਚ ਗੋਲੀ ਚੱਲਣ ਦਾ ਮਾਮਲਾ, ਪੀੜਤ ਪਰਿਵਾਰ ਨੇ ਹੋਰ ਜਾਣਕਾਰੀ ਦੱਸੀ। ਸਾਊਥ ਸਰੀ ਵਿੱਚ ਜੋ ਘਰ ਦੇ ਅੰਦਰ ਚੱਲੀ ਸੀ ਗੋਲੀ, ਮ੍ਰਿਤਕ ਦੀ ਪਛਾਣ ਜਨਤਕ। ਕੈਨੇਡਾ ਵਿੱਚ ਦਾਖਲ ਹੋਣ ਸਮੇਂ ਇਮੀਗ੍ਰੇਸ਼ਨ ਸੌਖਾਲੀ ਤੇ ਛੇਤੀ ਹੋਵੇ, ਇਸ ਵਾਸਤੇ ਦੱਸਾਂਗੇ ਬਾਰਡਰ ਅਧਿਕਾਰੀਆਂ ਨੇ ਯਾਤਰੀਆਂ ਨੂੰ ਕੀ ਕਰਨ ਲਈ ਕਿਹਾ। ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਵਾਸਤੇ ਡਰਾਈਵਰ ਲਾਇਸੈਂਸ ਲੈਣ ਦੇ ਲਈ ਸਹਿਯੋਗ ਦੇਣ ਸੰਬੰਧੀ ਇੱਕ ਐਪਲੀਕੇਸ਼ਨ ਲਾਂਚ। ਇਸ ਤਰ੍ਹਾਂ ਵਾਲੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜੋ ਓਨਟਾਰੀਓ ਦੇ ਵਿੰਡਸਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 5 ਜਣਿਆਂ ਦੇ ਗੋਲੀਆਂ ਲੱਗ ਗਈਆਂ। ਓਨਟਾਰੀਓ ਦੇ ਵਿੰਡਸਰ ਵਿੱਚ ਸ਼ਨੀਵਾਰ ਦੀ ਸਵੇਰ ਨੂੰ 1 ਵਜੇ ਦੇ ਨੇੜੇ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ 5 ਜਣੇ ਜ਼ਖਮੀ ਹੋ ਗਏ। ਸਾਰੇ ਪੁਰਸ਼ ਨੇ। ਦਰਅਸਲ ਸ਼ਨੀਵਾਰ ਦੀ ਸਵੇਰ ਨੂੰ 1 ਵਜੇ ਦਾ ਸਮਾਂ ਸੀ ਜਦੋਂ 10,000 ਬਲਾਕ ਫੋਰੈਸਟ ਗਲੇਡ ਡਰਾਈਵ ਦੇ ਨੇੜੇ ਪੁਲਿਸ ਨੂੰ ਬੁਲਾਇਆ ਗਿਆ, ਜਿੱਥੇ ਕਿ ਇੱਕ ਧੜੇ ਵਿੱਚ ਲੜਾਈ ਹੋ ਗਈ ਸੀ। ਜਦੋਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ, ਉਸ ਤੋਂ ਪਹਿਲਾਂ ਉੱਥੇ ਗੋਲੀਆਂ ਵੀ ਚੱਲ ਚੁੱਕੀਆਂ ਸਨ। ਪੁਲਿਸ ਸਮੇਤ ਐਮਰਜੈਂਸੀ ਟੀਮ ਜੋ ਮੌਕੇ ਦੇ ਉੱਤੇ ਪਹੁੰਚੀ, ਉਹਨਾਂ ਨੇ 5 ਜਣਿਆਂ ਨੂੰ ਹਸਪਤਾਲ ਪਹੁੰਚਾਇਆ। ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ, ਇਹ ਦੱਸਿਆ ਗਿਆ ਹੈ, ਪਰ ਉਹਨਾਂ ਸਾਰਿਆਂ ਨੂੰ ਗੋਲੀ ਲੱਗੀ ਹੈ। ਉਹਨਾਂ ਵਿੱਚ ਇੱਕ ਵਿਅਕਤੀ ਅਜਿਹਾ ਵੀ ਸ਼ਾਮਲ ਹੈ ਜੋ ਕਿ ਉਸ ਲੜਾਈ ਵਿੱਚ ਸ਼ਾਮਲ ਹੀ ਨਹੀਂ ਸੀ, ਪਰ ਉਸ ਤੇ ਵੀ ਗੋਲੀ ਲੱਗ ਗਈ। ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਇੱਕ ਵਿਅਕਤੀ ਵੱਲੋਂ, ਤਾਂ 20 ਤੋਂ 25 ਜਣੇ ਮੌਜੂਦ ਸਨ ਜੋ ਕਿ ਬੋਲਿੰਗ ਐਲੀ ਦੇ ਵਿੱਚੋਂ ਨਿਕਲ ਰਹੇ ਸੀ, ਜਿੱਥੇ ਕਿ ਇਹ ਲੜਾਈ ਹੋਈ। ਜਿਸ ਦੇ ਬਾਰੇ ਵਿੰਡਸਰ ਪੁਲਿਸ ਤੋਂ ਅਧਿਕਾਰੀ ਨੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੇ ਪੁਲਿਸ ਦਾ ਮੰਨਣਾ ਹੈ ਕਿ ਇੱਕੋ ਸ਼ੱਕੀ ਵਿਅਕਤੀ ਹੈ ਜਿਸ ਨੇ ਗੋਲੀਆਂ ਚਲਾਈਆਂ ਨੇ ਤੇ ਉਸ ਨੂੰ ਹਜੇ ਲੱਭਿਆ ਜਾ ਰਿਹਾ ਹੈ, ਜੋ ਕਿ ਇੱਕ SUV ਪਿਕਅਪ ਟਰੱਕ ਦੇ ਵਿੱਚ ਜੋ ਕਿ ਫਿੱਕੇ ਰੰਗ ਦਾ ਹੈ, ਮੌਕੇ ਤੋਂ ਫਰਾਰ ਹੋਇਆ ਹੈ। There was approximately 20 people in the area, so thankfully there was a lot of people that didn't, receive any gunfire. But certainly the 5 people that were fell victim to this crime, thank goodness that somehow they're recovering right now. I spoke recently about gun violence in our community. There is no place for it. The absolute recklessness and disregard for human life in this case is shocking. The pass of the bullets fired from these guns are indiscriminate. And the fact that no person died as a result of the actions of the suspect is simply luck. I want to emphasize that any suspects are currently outstanding and should be considered armed and dangerous. Please, if this vehicle is spotted, do not approach it or any suspects that might be related to it, but rather please call 911. ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਸਵੇਰ ਨੂੰ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦੇ ਸਮੇਂ ਦੇ ਦਰਮਿਆਨ ਜੇਕਰ ਕਿਸੇ ਕੋਲ ਵੀ ਕੋਈ ਸਰਵੇਲੈਂਸ ਜਾਂ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਜਿਸ ਦੇ ਲਈ 5192556700 ਦੇ ਉੱਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜੇ ਜਾਂਚ ਕਰ ਰਹੇ ਨੇ, ਸ਼ੱਕੀ ਵਿਅਕਤੀ ਦੀ ਭਾਲ ਹੈ ਤੇ ਜੋ ਸ਼ੱਕੀ ਵਿਅਕਤੀ ਹੈ, ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਅਜਿਹੇ ਪਿਕਅਪ ਟਰੱਕ ਵਿੱਚੋਂ ਫਰਾਰ ਹੋਇਆ। ਜੇਕਰ ਕੋਈ ਵੀ ਉਸ ਨੂੰ ਦੇਖਦਾ ਹੈ ਤਾਂ ਉਸ ਤੱਕ ਪਹੁੰਚ ਨਾ ਕੀਤੀ ਜਾਵੇ, ਤੁਰੰਤ 911 ਕਰਕੇ ਫੋਨ ਕੀਤਾ ਜਾਵੇ ਜੇਕਰ ਉਸ ਸ਼ੱਕੀ ਵਿਅਕਤੀ ਦੇ ਬਾਰੇ ਕਿਸੇ ਨੂੰ ਵੀ ਕਿਤੇ ਕੋਈ ਜਾਣਕਾਰੀ ਮਿਲਦੀ ਹੈ। ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਾਂਗੇ, ਜਿੱਥੇ ਸਰੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਔਰਤ ਜਿਸ ਨੇ ਕਿ ਇੱਕ ਗਿਰਜਾ ਘਰ ਨੂੰ ਅੱਗ ਲਗਾਈ ਸੀ ਤੇ ਇੱਕ ਟਾਊਨ ਹੋਮ ਨੂੰ, ਜਿਸ ਤੋਂ ਬਾਅਦ ਹੁਣ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਰੀ ਵਿੱਚ ਰਹਿਣ ਵਾਲੀ ਇੱਕ ਔਰਤ ਜਿਸ ਨੇ ਕਿ ਇੱਕ ਗਿਰਜਾ ਘਰ ਤੇ ਨਾਲ ਹੀ ਇੱਕ ਟਾਊਨ ਹੋਮ ਨੂੰ ਅੱਗ ਲਗਾਈ, ਉਸ ਨੂੰ 4 ਸਾਲ ਵਾਸਤੇ ਜੱਜ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਨੂੰ ਉਸ ਨੂੰ ਇਹ ਸਜ਼ਾ ਸੁਣਾਈ ਗਈ। 35 ਸਾਲਾ ਕੈਥਲੀਨ ਪੈਨਿਕ ਹੈ, ਜੋ ਕਿ ਸਰੀ ਵਸਨੀਕ ਹੈ। ਪਿਛਲੇ ਸਾਲ 2021 ਵਿੱਚ ਜੁਲਾਈ ਮਹੀਨੇ ਪਹਿਲਾਂ ਉਸਨੇ ਇੱਕ ਚਰਚ ਨੂੰ ਅੱਗ ਲਗਾਈ, ਸੈਂਟ ਜਾਰਜ ਕੋਪਟਿਕ ਆਰਥੋਡਾਕਸ ਚਰਚ, ਜੋ ਕਿ ਸਰੀ ਵਿੱਚ ਹੈ। ਪਹਿਲਾਂ ਜਦੋਂ ਉਸਨੇ ਅੱਗ ਲਗਾਈ ਤਾਂ ਉਸਨੂੰ ਜ਼ਿਆਦਾ ਨੁਕਸਾਨ ਨਹੀਂ ਸੀ ਹੋਇਆ, ਪਰ 5 ਦਿਨ ਬਾਅਦ ਉਹ ਦੁਬਾਰਾ ਆਈ ਤੇ ਉਸਨੇ ਚਰਚ ਨੂੰ ਦੁਬਾਰਾ ਅੱਗ ਲਾਈ, ਜਿਸ ਤੋਂ ਬਾਅਦ ਚਰਚ ਦੀ ਸਾਰੀ ਇਮਾਰਤ ਸੜ ਕੇ ਸੁਆਹ ਹੋ ਗਈ। ਤੇ ਕੁਝ ਦਿਨ ਬਾਅਦ ਉਸਨੇ ਇੱਕ ਟਾਊਨ ਹੋਮ ਨੂੰ ਅੱਗ ਲਗਾ ਦਿੱਤੀ ਤੇ ਜਦੋਂ ਉਸਨੇ ਟਾਊਨ ਹੋਮ ਨੂੰ ਅੱਗ ਲਗਾਈ ਤਾਂ ਉਸ ਦੇ ਵਿੱਚ ਪਰਿਵਾਰ ਵੀ ਮੌਜੂਦ ਸੀ ਤੇ ਅੱਗ ਲਗਾਉਣ ਤੋਂ ਬਾਅਦ ਉਹ ਟਾਊਨ ਹੋਮ ਦੇ ਬਾਹਰ ਖੜੀ ਹੋ ਕੇ ਦੇਖ ਰਹੀ ਸੀ ਤੇ ਉਸਨੇ ਪੁਲਿਸ ਨੂੰ ਵੀ ਨਹੀਂ ਬੁਲਾਇਆ। ਬਚਾ ਰਿਹਾ ਕਿ ਜੋ ਪਰਿਵਾਰ ਘਰ ਦੇ ਅੰਦਰ ਮੌਜੂਦ ਸੀ ਉਹ ਸੁਰੱਖਿਅਤ ਬਾਹਰ ਨਿਕਲ ਆਏ, ਪਰ ਘਰ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਤੇ ਕਈ ਮਹੀਨੇ ਤੱਕ ਉਹਨਾਂ ਨੂੰ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਅਦਾਲਤ ਵਿੱਚ ਇਹ ਵੀ ਪੇਸ਼ ਕੀਤਾ ਗਿਆ ਕਿ ਉਸ ਔਰਤ ਨੂੰ ਮਾਨਸਿਕ ਤੌਰ ਦੇ ਉੱਤੇ ਕੋਈ ਦਿੱਕਤ ਹੈ, ਪਰ ਫਿਰ ਵੀ ਜੱਜ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ 4 ਸਾਲ ਵਾਸਤੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਹੈ।
ਤਾਂ ਅਗਲੀ ਖਬਰ, ਜਿਵੇਂ ਕਿ ਟੋਰਾਂਟੋ ਤੋਂ ਤੁਹਾਨੂੰ ਦੱਸਿਆ ਸੀ ਕਿ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਕਾਰਤਿਕ ਵਾਸੂਦੇਵ ਆਇਆ ਸੀ। ਨੌਜਵਾਨ 21 ਸਾਲ ਮਹਿਜ਼ ਉਸ ਦੀ ਉਮਰ ਸੀ, ਜਿਸ ਨੂੰ ਇੱਕ ਕਾਲਾ ਵਿਅਕਤੀ ਗੋਲੀਆਂ ਮਾਰ ਗਿਆ, ਜਿਸ ਨੂੰ ਇੱਕ ਨਹੀਂ ਸਗੋਂ ਕਈ ਗੋਲੀਆਂ ਮਾਰੀਆਂ ਗਈਆਂ ਤੇ ਉਸਨੇ ਦਮ ਤੋੜ ਦਿੱਤਾ। ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਹਜੇ ਤੱਕ ਪਤਾ ਨਹੀਂ ਲੱਗਿਆ ਕਿ ਆਖਿਰ ਅਜਿਹਾ ਕੀਤਾ ਕਿਉਂ ਗਿਆ ਹੈ। ਉਹਨਾਂ ਨੂੰ ਪੁਲਿਸ ਦੇ ਵੱਲੋਂ ਫੋਨ ਗਿਆ ਸੀ ਤੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਦੇ ਬੱਚੇ ਨੇ ਦਮ ਤੋੜ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਵੀ ਕਾਫੀ ਸਦਮੇ ਵਾਲਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ GoFundMe ਦੇ ਉੱਤੇ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ, ਜੋ ਕਾਰਤਿਕ ਦੀ ਦੇਹ ਨੂੰ ਹੁਣ ਕੈਨੇਡਾ ਤੋਂ ਭਾਰਤ ਭੇਜਿਆ ਜਾਣਾ, ਜਿੱਥੇ ਕਿ ਉਹ ਗਾਜ਼ੀਆਬਾਦ ਤੋਂ ਸੰਬੰਧਿਤ ਸੀ। ਕੈਨੇਡਾ ਵਿੱਚ ਜੋ 21 ਸਾਲ ਦੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਟੋਰਾਂਟੋ ਵਿੱਚ, ਉਸ ਦੇ ਪਿਤਾ ਜਿਤੇਸ਼ ਵਾਸੂਦੇਵ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਆਖਿਰ ਉਸ ਦੇ ਪੁੱਤਰ ਨਾਲ ਹੀ ਅਜਿਹਾ ਕਿਉਂ ਹੋਇਆ, ਜਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਉਸ ਨੂੰ ਲੁੱਟਣਾ ਵੀ ਸੀ ਤਾਂ ਉਸ ਤੋਂ ਕੁਝ ਖੋ ਕੇ ਦੌੜ ਜਾਂਦਾ, ਪਰ ਉਸ ਨੂੰ 5 ਤੋਂ 6 ਗੋਲੀਆਂ ਮਾਰੀਆਂ ਗਈਆਂ ਨੇ। ਇਸ ਦੇ ਪਿੱਛੇ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਦੂਜੇ ਪਾਸੇ ਪੀੜਤ ਪਰਿਵਾਰ ਦੇ ਵਾਸਤੇ GoFundMe ਦੇ ਉੱਤੇ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਦਰਅਸਲ 21 ਸਾਲਾ ਕਾਰਤਿਕ ਵਾਸੂਦੇਵ ਜਨਵਰੀ ਮਹੀਨੇ ਵਿੱਚ ਹੀ ਟੋਰਾਂਟੋ ਆਇਆ ਸੀ, ਜਿਸ ਦੇ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਤੇ ਕੰਮ ਕਰਨ ਦੇ ਸੁਪਨੇ ਸਨ, ਜਿਸ ਦੇ ਬਾਰੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਹੁਤ ਮਾਸੂਮ ਤੇ ਚੰਗੇ ਦਿਲ ਦਾ ਇਨਸਾਨ ਸੀ, ਜਿਸ ਦਾ ਕਿ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਜਿਤੇਸ਼ ਵਾਸੂਦੇਵ, ਜੋ ਕਿ ਕਾਰਤਿਕ ਦੇ ਪਿਤਾ ਨੇ, ਲਗਾਤਾਰ ਭਾਰਤੀ ਕੌਂਸੂਲੇਟ ਨਾਲ ਸੰਪਰਕ ਵਿੱਚ ਨੇ, ਜਿਸ ਦੇ ਲਈ ਹੁਣ ਕਾਰਤਿਕ ਦੀ ਦੇਹ ਨੂੰ ਭਾਰਤ ਵਾਪਸ ਮੰਗਵਾਉਣ ਦੇ ਵਾਸਤੇ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਕਾਲਾ ਵਿਅਕਤੀ ਸੀ, ਜਿਸ ਨੇ ਕਿ ਟੋਰਾਂਟੋ ਵਿੱਚ ਸਬਵੇ ਸਟੇਸ਼ਨ ਦੇ ਬਾਹਰ ਕਾਰਤਿਕ ਨੂੰ ਗੋਲੀਆਂ ਮਾਰੀਆਂ ਤੇ ਉੱਥੇ ਤੋਂ ਫਰਾਰ ਹੋ ਗਿਆ। ਸ਼ੱਕੀ ਵਿਅਕਤੀ ਨੂੰ ਹਜੇ ਲੱਭਿਆ ਜਾ ਰਿਹਾ ਹੈ, ਜਿਸ ਦੇ ਬਾਰੇ ਕੋਈ ਵੀ ਜਾਣਕਾਰੀ ਕਿਸੇ ਨੂੰ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਜਿਸ ਦਾ ਕਿ 5 ਫੁੱਟ 6 ਇੰਚ ਦੇ ਨੇੜੇ ਕੱਦ ਸੀ ਤੇ ਉਹ ਦੌੜ ਕੇ ਹੀ ਮੌਕੇ ਤੋਂ ਫਰਾਰ ਹੋਇਆ। ਕਾਰਤਿਕ ਵਾਸੂਦੇਵ ਨੂੰ ਸ਼ਰਧਾਂਜਲੀ ਦੇਣ ਵਾਸਤੇ ਐਤਵਾਰ ਨੂੰ ਨੈਥਨ ਫਿਲਿਪਸ ਸਕੁਅਰ ਦੇ ਉੱਤੇ ਕੈਂਡਲ ਲਾਈਟ ਵਿਜਿਲ ਵੀ ਕਰਵਾਇਆ ਜਾ ਰਿਹਾ ਹੈ। ਜਿਵੇਂ ਇਸ ਮਾਮਲੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ, ਤੁਹਾਨੂੰ ਦੱਸਾਂਗੇ ਅੱਗੇ ਜਾਣਕਾਰੀ ਕਿ ਜੋ ਸਾਊਥ ਸਰੀ ਵਿੱਚ ਗੋਲੀ ਚੱਲਣ ਦਾ ਮਾਮਲਾ ਬੁੱਧਵਾਰ ਦੀ ਸਵੇਰ ਨੂੰ 1:30 ਵਜੇ ਸਾਹਮਣੇ ਆਇਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਮ੍ਰਿਤਕ ਦੀ ਪਛਾਣ ਨੂੰ ਜਨਤਕ ਕੀਤਾ ਗਿਆ ਹੈ, ਜਿਸ ਨੂੰ ਕਿ ਇੱਕ ਘਰ ਵਿੱਚ ਗੋਲੀ ਮਾਰੀ ਗਈ, ਜੋ 24 ਐਵੇਨਿਊ ਤੇ 152A ਸਟਰੀਟ ਦੇ ਉੱਤੇ ਘਰ ਸੀ, ਜੋ ਕਿ ਵਾਈਟ ਰੌਕ ਖੇਤਰ ਦੇ ਵਿੱਚ ਘਰ ਹੈ ਤੇ ਮ੍ਰਿਤਕ ਦੀ ਪਛਾਣ 33 ਸਾਲਾ ਡੇਵਿਡ ਗੋਲਡਸਟੀਨ ਵਜੋਂ ਕੀਤੀ ਗਈ ਹੈ, ਜਿਸ ਦੇ ਕਿ ਘਰ ਦੇ ਵਿੱਚ ਹੀ ਜੋ ਮਾਮਲਾ ਵਾਪਰਿਆ ਤੇ ਗੋਲੀ ਮਾਰੀ ਗਈ ਤੇ ਉਸਨੇ ਦਮ ਤੋੜ ਦਿੱਤਾ। ਇਸ ਮਾਮਲੇ ਦੀ ਹਜੇ ਜਾਂਚ ਕੀਤੀ ਜਾ ਰਹੀ ਹੈ। ਜੋ ਤਸਵੀਰ ਸਾਂਝੀ ਕੀਤੀ ਗਈ ਹੈ ਡੇਵਿਡ ਗੋਲਡਸਟੀਨ ਦੀ, ਤੇ ਆਈਹਿਟ ਯਾਨੀ ਕਿ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗੇ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਜਿਵੇਂ ਹੁਣ ਵੱਡੀ ਗਿਣਤੀ ਵਿੱਚ ਯਾਤਰੀ ਯਾਤਰਾ ਕਰ ਰਹੇ ਨੇ, ਕੋਵਿਡ-19 ਦੀਆਂ ਹਦਾਇਤਾਂ ਨੂੰ ਵੀ ਹਟਾ ਦਿੱਤਾ ਗਿਆ, ਪਰ ਕਈ ਸ਼ਰਤਾਂ ਹਜੇ ਵੀ ਲਾਗੂ ਨੇ, ਜੋ ਕਿ ਟਰੈਵਲ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਜ਼ਰੂਰੀ ਨੇ, ਜੋ ਕਿ ਕੈਨੇਡਾ ਵਿੱਚ ਫੈਡਰਲ ਸਰਕਾਰ ਦੇ ਅਧੀਨ ਆਉਂਦਾ ਹੈ ਅਦਾਰਾ, ਜਿਸ ਕਰਕੇ ਜੋ ਫੈਡਰਲ ਸਰਕਾਰ ਦੇ ਵੱਲੋਂ ਹਦਾਇਤਾਂ ਲਗਾਈਆਂ ਹੋਈਆਂ ਨੇ ਉਹ ਉਸੇ ਤਰ੍ਹਾਂ ਲਾਗੂ ਨੇ। ਤੇ ਇਸ ਦੇ ਵਿੱਚ 1 ਅਪ੍ਰੈਲ ਤੋਂ ਤਬਦੀਲੀਆਂ ਜ਼ਰੂਰ ਹੋਈਆਂ ਸੀ ਕਿ ਕੋਵਿਡ-19 ਦੇ ਟੀਕੇ ਜਿਨ੍ਹਾਂ ਨੇ ਲਗਵਾਏ ਹੋਏ ਨੇ ਉਹਨਾਂ ਨੂੰ ਕੋਵਿਡ-19 ਦਾ PCR ਟੈਸਟ ਜਾਂ ਹੋਰ ਟੈਸਟ ਕਰਵਾ ਕੇ ਆਉਣ ਦੀ ਲੋੜ ਨਹੀਂ ਹੈ। ਤੇ ਇਸ ਦੇ ਨਾਲ ਹੀ ਜੇਕਰ ਕਿਸੇ ਦੇ ਉੱਤੇ ਸ਼ੱਕ ਪਵੇ ਤਾਂ ਇਮੀਗ੍ਰੇਸ਼ਨ ਅਧਿਕਾਰੀ ਦੇ ਵੱਲੋਂ ਚੁਣਿਆ ਜਾ ਸਕਦਾ ਹੈ ਕਿ ਜਦੋਂ ਉਹ ਇੱਥੇ 에ਅਰਪੋਰਟ ਦੇ ਉੱਤੇ ਪਹੁੰਚਦੇ ਨੇ ਕੈਨੇਡਾ ਦੇ ਵਿੱਚ, ਤਾਂ ਕਿਸੇ ਨੂੰ ਚੁਣਿਆ ਜਾ ਸਕਦਾ ਹੈ ਕਿ ਉਹ PCR ਕੋਵਿਡ-19 ਦਾ ਟੈਸਟ ਕਰਵਾਵੇ ਤੇ ਉਸ ਨੂੰ ਕੁਆਰੰਟਾਈਨ ਦੇ ਵਾਸਤੇ ਵੀ ਕਿਹਾ ਜਾ ਸਕਦਾ ਹੈ, ਪਰ ਸਾਰਿਆਂ ਦੇ ਵਾਸਤੇ ਇਹ ਲਾਜ਼ਮੀ ਨਹੀਂ ਹੈ ਇਸ ਸਮੇਂ। ਤਾਂ ਨਾਲ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਕਿ ਬਾਰਡਰ ਦੇ ਉੱਤੇ ਕਿ ਜੋ ਕੈਨੇਡਾ ਵਿੱਚ ਯਾਤਰੀ ਦਾਖਲ ਹੁੰਦੇ ਨੇ ਉਸ ਸਮੇਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ, ਕਾਫੀ ਉਡੀਕ ਕਰਨੀ ਪੈਂਦੀ ਹੈ। ਫਿਰ ਬੇਸ਼ੱਕ ਕੋਈ ਹਵਾਈ ਸਫ਼ਰ ਦੇ ਰਾਹੀਂ ਕੈਨੇਡਾ ਆ ਰਿਹਾ ਹੈ ਜਾਂ ਲੈਂਡ ਬਾਰਡਰ ਦੇ ਰਾਹੀਂ ਜਾਂ ਸਮੁੰਦਰੀ ਜਹਾਜ਼ ਦੇ ਰਾਹੀਂ, ਇਸ ਮੌਕੇ ਬਾਰਡਰ ਉੱਤੇ ਜਦੋਂ ਇਮੀਗ੍ਰੇਸ਼ਨ ਹੁੰਦੀ ਹੈ ਤਾਂ ਉਸ ਸਮੇਂ ਜ਼ਿਆਦਾ ਸਮਾਂ ਉਸ ਸਮੇਂ ਲੱਗ ਜਾਂਦਾ ਹੈ, ਜਦੋਂ ਜਿਹੜੀਆਂ ਕਈ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਜਿਹੜੇ ਜ਼ਰੂਰੀ ਡਾਕੂਮੈਂਟ ਦਿਖਾਉਣੇ ਉਸੇ ਸਮੇਂ ਲਾਜ਼ਮੀ ਹੁੰਦੇ ਨੇ, ਪਹਿਲਾਂ ਤੋਂ ਯਾਤਰੀ ਕੋਲ ਤਿਆਰ ਨਹੀਂ ਹੁੰਦੇ। ਮੁੱਖ ਤੌਰ ਦੇ ਉੱਤੇ 3 ਡਾਕੂਮੈਂਟ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਤਾਂ ਹੈ ਪਾਸਪੋਰਟ, ਦੂਜਾ ਅਰਾਈਵ ਕੈਨ ਐਪਲੀਕੇਸ਼ਨ ਦੀ ਰਸੀਦ ਤੇ ਤੀਜਾ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ। ਇਹ 3 ਜੇਕਰ ਪਹਿਲਾਂ ਤੋਂ ਤਿਆਰ ਕੀਤੇ ਹੋਏ ਹੋਣ ਤਾਂ ਉਹਨਾਂ ਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ ਤੇ ਯਾਤਰੀ ਜੋ ਲੰਮੀਆਂ ਕਤਾਰਾਂ ਲੱਗਦੀਆਂ ਨੇ ਉਸ ਸਮੇਂ ਕਾਫੀ ਘੱਟ ਸਮੇਂ ਵਿੱਚ ਵਾਰੀ ਆਉਂਦੀ ਰਹਿੰਦੀ ਹੈ। ਜੇਕਰ ਕਿਸੇ ਦੇ ਵੱਲੋਂ ਜੋ ਅਰਾਈਵ ਕੈਨ ਐਪਲੀਕੇਸ਼ਨ ਵੀ ਜੇਕਰ ਨਾ ਭਰੀ ਜਾਵੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਉਸ ਕਰਕੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਾਫੀ ਚਿਰ ਲੱਗ ਜਾਂਦਾ ਹੈ। ਇੱਥੇ ਇਹ ਵੀ ਹੈ ਕਿ ਜੇਕਰ ਇਮੀਗ੍ਰੇਸ਼ਨ ਅਧਿਕਾਰੀ ਨੂੰ ਮਹਿਸੂਸ ਹੋਵੇ ਤਾਂ ਉਹ ਫਾਈਨ ਵੀ ਲਗਾ ਸਕਦੇ ਨੇ ਜੇਕਰ ਕਿਸੇ ਨੇ ਪਹਿਲਾਂ ਤੋਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਹੋਵੇ, ਤੇ ਮੋਟਾ ਫਾਈਨ ਯਾਨੀ ਕਿ ਮੋਟਾ ਜੁਰਮਾਨਾ ਇਸ ਕਰਕੇ ਲਗਾਇਆ ਜਾ ਸਕਦਾ ਹੈ, ਜਿਸ ਦੇ ਲਈ ਜ਼ਰੂਰੀ ਹੈ ਕਿ ਮੁੱਖ ਤੌਰ ਦੇ ਉੱਤੇ 3 ਡਾਕੂਮੈਂਟ
ਨਾਲ ਦੀ ਨਾਲ ਪਹਿਲਾਂ ਹੀ ਤਿਆਰ ਰੱਖੇ ਜਾਣ ਤਾਂ ਕਿ ਜਦੋਂ ਦਾਖਲ ਹੋਣਾ ਹੈ ਕੈਨੇਡਾ ਵਿੱਚ ਤਾਂ ਉਸ ਸਮੇਂ ਜ਼ਿਆਦਾ ਚਿਰ ਨਾ ਲੱਗੇ, ਲੰਮੀ ਉਡੀਕ ਨਾ ਕਰਨੀ ਪਵੇ। Help speed up processing times by coming prepared. Have your passport, ArriveCAN receipt, and proof of vaccination ready. ਤਾਂ ਅੱਗੇ ਜਾਣਕਾਰੀ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੇ ਨਵੇਂ ਡਰਾਈਵਰ ਆਉਂਦੇ ਨੇ ਆ ਕੇ ਉਹਨਾਂ ਨੇ ਲਾਇਸੈਂਸ ਦੇ ਵਾਸਤੇ ਅਪਲਾਈ ਕਰਨਾ ਹੁੰਦਾ ਏ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਕਈ ਵਾਰ ਦਿੱਕਤ ਆਉਂਦੀ ਹੈ, ਬਾਰ-ਬਾਰ ਉਹ ਰੋਡ ਟੈਸਟ ਵੀ ਦਿੰਦੇ ਨੇ ਤਾਂ ਉਸ ਦੇ ਲਈ ਉਹਨਾਂ ਵਾਸਤੇ ਸੁਖਾਲਾ ਬਣਾਉਣ ਦੇ ਲਈ ਕਿ ICBC ਦੇ ਵੱਲੋਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜੋ ਕਿ ਵੀਡੀਓ ਗੇਮ ਦੀ ਤਰ੍ਹਾਂ ਹੈ ਪਰ ਉਹ ਸਿੱਖਿਆ ਦਿੰਦੀ ਹੈ ਕਿ ਗੱਡੀ ਕਿਵੇਂ ਚਲਾਉਣੀ ਹੈ। ICBC ਵੱਲੋਂ ਇਸੇ ਹਫਤੇ ਇੱਕ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਹੈ, ਸਟਰੀਟ ਸੈਂਸ ਐਪਲੀਕੇਸ਼ਨ, ਜਿਸ ਦੇ ਰਾਹੀਂ ਨਵੇਂ ਡਰਾਈਵਰ ਇਹ ਸਿੱਖ ਸਕਦੇ ਨੇ ਕਿ ਗੱਡੀ ਚਲਾਉਣ ਵੇਲੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ। ਉਹ ਇਸ ਐਪਲੀਕੇਸ਼ਨ ਦੇ ਵਿੱਚ ਵੀਡੀਓ ਗੇਮ ਦੀ ਤਰ੍ਹਾਂ ਦਿਖਾਇਆ ਗਿਆ ਹੈ। ਇਹ ਇੱਕ ਸਿੱਖਿਆ ਦੇਣ ਵਾਲੀ ਵੀਡੀਓ ਗੇਮ ਹੈ ਜਿਸ ਦੇ ਵਿੱਚ 15 ਵੱਖੋ ਵੱਖਰੇ ਹਾਲਾਤ ਨੇ ਜੋ ਕਿ ਸੜਕ ਉੱਤੇ ਗੱਡੀ ਚਲਾਉਂਦੇ ਹੋਏ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਡਰਾਈਵਰ ਉਸ ਸਮੇਂ ਕਿਹੋ ਜਿਹੇ ਫੈਸਲੇ ਲੈਣ ਇਸ ਦੇ ਬਾਰੇ ਸਿੱਖਿਆ ਦਿੰਦਾ ਹੈ, ਜਿਸ ਦੇ ਵਿੱਚ ICBC ਦੇ ਵੱਲੋਂ ਨਾਲ ਮਿਲ ਕੇ ਕੰਮ ਕੀਤਾ ਗਿਆ ਤੇ ICBC ਤੋਂ ਰੋਡ ਸੇਫਟੀ ਪ੍ਰੋਗਰਾਮ ਮੈਨੇਜਰ ਦਾ ਕਹਿਣਾ ਹੈ ਕਿ ਉਹ ਸਾਲ 2017 ਤੋਂ ICBC ਨਾਲ ਮਿਲ ਕੇ ਲਗਾਤਾਰ ਕੰਮ ਕਰ ਰਹੇ ਨੇ ਤੇ ਇਸ ਐਪਲੀਕੇਸ਼ਨ ਦੇ ਉੱਤੇ ਦਸੰਬਰ 2020 ਤੋਂ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ। ਸਟਰੀਟ ਸੈਂਸ ਦੇ ਵਿੱਚ ਜੋ ਨਵੇਂ ਡਰਾਈਵਰ ਨੇ ਇੱਕ ਗੇਮ ਦੀ ਤਰ੍ਹਾਂ ਇਸ ਨੂੰ ਖੇਡ ਸਕਦੇ ਨੇ ਤੇ ਸਿੱਖ ਸਕਦੇ ਨੇ ਕਿ ਸੜਕ ਦੇ ਉੱਤੇ ਵੱਖੋ ਵੱਖਰੇ ਹਾਲਾਤ ਦੇ ਦੌਰਾਨ ਕਿਹੋ ਜਿਹੇ ਫੈਸਲੇ ਲੈਣੇ ਨੇ, ਜਿਵੇਂ ਕਿ ਇੱਕ ਮਸ਼ਰੂਫ ਡਾਊਨਟਾਊਨ ਇੰਟਰਸੈਕਸ਼ਨ ਦੇ ਵਿੱਚ ਖੱਬੇ ਪਾਸੇ ਜਦੋਂ ਮੁੜਨਾ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਜੇਕਰ ਕੋਈ ਜਾਨਵਰ ਸੜਕ ਦੇ ਵਿਚਾਲੇ ਆ ਜਾਂਦਾ ਹੈ ਇੱਕਦਮ ਤਾਂ ਉਸ ਮੌਕੇ ਕਿਹੋ ਜਿਹਾ ਫੈਸਲਾ ਲੈਣਾ ਹੈ ਤੇ ਇਸ ਦੇ ਨਾਲ ਹੀ ਹੋਰ ਵੀ ਸੜਕ ਉੱਤੇ ਆਉਣ ਵਾਲੀਆਂ ਕਈ ਚੁਣੌਤੀਆਂ ਨੇ ਜਿਸ ਦੇ ਨਾਲ ਨਵੇਂ ਡਰਾਈਵਰਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ICBC ਦਾ ਕਹਿਣਾ ਹੈ ਕਿ ਇਹ ਨਾਕਾਫੀ ਹੈ, ਯਾਨੀ ਕਿ ਅਜਿਹਾ ਨਹੀਂ ਹੈ ਕਿ ਇਸ ਐਪਲੀਕੇਸ਼ਨ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਸਿੱਖਣ ਤੋਂ ਬਾਅਦ ਟੈਸਟ ਦਿੱਤਾ ਜਾ ਸਕਦਾ ਹੈ, ਪਰ ਸਗੋਂ ਨਾਲ ਦੀ ਨਾਲ ICBC ਵੱਲੋਂ ਜਿਹੜੀਆਂ ਹੋਰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਕਿ ਪੜ੍ਹਾਈ ਦੇ ਵਾਸਤੇ ਵੀ ਤੇ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨੂੰ ਵੀ ਜਾਣਨਾ ਬੇहद ਜ਼ਰੂਰੀ ਹੈ। ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਜਿਸ ਦੇ ਨਾਲ ਨਵੇਂ ਡਰਾਈਵਰਾਂ ਨੂੰ ਮਦਦ ਮਿਲੇਗੀ। ਕੁਝ ਇਸ ਤਰ੍ਹਾਂ ਇਸ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਹੈ। ਜਿਵੇਂ ਕਿ ਕਈ ਚੁਣੌਤੀਆਂ ਜਿਹੜੀਆਂ ਸੜਕਾਂ ਦੇ ਉੱਤੇ ਆਉਂਦੀਆਂ ਨੇ ਖਾਸ ਤੌਰ ਦੇ ਉੱਤੇ ਜਿਸ ਮੌਕੇ ਜਦੋਂ ਡਰਾਈਵਿੰਗ ਟੈਸਟ ਵਿਦਿਆਰਥੀ ਦੇਣ ਵੀ ਜਾਂਦੇ ਨੇ ਉਹ ਕਾਫੀ ਉਲਝ ਜਾਂਦੇ ਨੇ ਜਾਂ ਫਿਰ ਉਹਨਾਂ ਕਾਰਨਾਂ ਦੇ ਕਰਕੇ ਉਹ ਜ਼ਿਆਦਾ ਫੇਲ ਹੁੰਦੇ ਨੇ। ਮੁੱਖ ਕਾਰਨ ਨੇ ਜੋ ਤੇ ਮੁੱਖ ਚੁਣੌਤੀਆਂ ਨੇ ਉਹਨਾਂ ਦਾ ਇਸ ਐਪਲੀਕੇਸ਼ਨ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਇੱਕ ਵੀਡੀਓ ਗੇਮ ਦੇ ਵਿੱਚ ਤਾਂ ਕਿ ਪਤਾ ਲੱਗਦਾ ਰਹੇ ਡਰਾਈਵਰਸ ਨੂੰ ਤੇ ਇਹ ਮਦਦ ਕਰਨ ਦੇ ਵਾਸਤੇ ਇਸ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਤੇ ਇੱਕ ਤਰ੍ਹਾਂ ਨਾਲ ਇਹ ਗੇਮ ਵੀ ਹੈ ਤਾਂ ਨਾਲ ਹੀ ਸਿੱਖਿਆ ਵੀ ਦਿੰਦੀ ਹੈ ਜੋ ICBC ਦੇ ਵੱਲੋਂ ਨਾਲ ਮਿਲ ਕੇ ਕੰਮ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।